हाँ जी, अपना अज का टॉपिक हैगा डीलिंग विद अनसरटेनटी। अनसरटेनटी मतलब सर्टेन का ओपोजिट है। सर्टेन का मीनिंग हुंदा निश्चित, कोई फिक्स अमाउंट होवे जिहड़ी। अनसरटेनटी है जिहड़ी अनिश्चित, जिहड़ी कि फिक्स नहीं हुंदी। कई बार की है अनसरटेन का मतलब कहने कई बार ज़्यादा अमाउंट के कोई चीज़ होना चाहिए, कई बार जिहड़ी घट अमाउंट के चीज़ होना, ਜਾਂ ਆਪਾਂ ਕੁਆਲਿਟੀ ਦੇ ਤੌਰ 'ਤੇ ਵੀ ਅਨਸਰਟੇਨ ਕਹਿ ਸਕਦੇ ਹਾਂ ਕਿ ਉਹਦੀ ਕੁਆਲਿਟੀ ਜ਼ਿਆਦਾ ਸਹੀ ਨਹੀਂ ਹੈਗੀ, ਜਾਂ ਆਪਾਂ ਨੂੰ ਰਿਲੇਟਡ ਚੀਜ਼ ਨਹੀਂ ਮਿਲ ਰਹੀ ਆਪਣੀ ਨੀਡ ਦੇ ਅਕੋਰਡਿੰਗ, ਤਾਂ ਆਪਾਂ ਨੂੰ ਵੀ ਅਨਸਰਟੇਨ ਕਈ ਵਾਰ ਕਹਿ ਦਿੰਦੇ ਹਾਂ। ਤਾਂ ਇਹਦੇ ਵਿੱਚ ਜਿਵੇਂ ਫਸਟ ਲਾਈਨ ਦਿੱਤੀ ਹੈ, ਦਾ ਇਨਫੋਰਮੇਸ਼ਨ ਕਰੰਟਲੀ ਅਸੋਲਟਿੰਗ ਅਸ ਇਨ ਦਾ 21st ਸੈਂਚੁਰੀ ਇਜ਼ ਹੈਵਿੰਗ ਅ ਪ੍ਰੋਫਾਊਂਡ ਇੰਪੈਕਟ ਔਨ ਆਵਰ ਲਾਈਫ ਸਟਾਈਲ ਐਂਡ ਹਾਊ ਵੀ ਵਰਕ। ਕਹਿੰਦੇ ਜਿਹੜਾ ਮਤਲਬ ਕਰੰਟਲੀ ਇਨਫੋਰਮੇਸ਼ਨ ਹੈਗੀ ਹੈ 21ਵੀਂ ਸਦੀ ਦੀ, ਠੀਕ ਹੈ, ਤਾਂ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਜਿਹੜੀਆਂ ਲਗਜ਼ਰੀਜ਼ ਆ, ਜਿਹੜੀਆਂ ਮਸ਼ੀਨਸ ਆ, ਉਹਦੇ ਨਾਲ ਕੀ ਆਪਣੇ ਲਾਈਫ ਸਟਾਈਲ 'ਤੇ ਕਾਫੀ ਜ਼ਿਆਦਾ ਇਫੈਕਟ ਪਿਆ ਕਿ ਆਪਾਂ ਕਿਵੇਂ ਵਰਕ ਕਰਦੇ ਹਾਂ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਆਪਾਂ ਕੋਈ ਸਰਟੇਨ ਨਹੀਂ ਹੈਗੇ, ਆਪਣੇ ਕੋਲ ਕੋਈ ਫਿਕਸ ਲਾਈਫ ਸਟਾਈਲ ਨਹੀਂ ਹੈਗਾ। ਸਭ ਦਾ ਕੀ ਹੈ ਅਕੋਰਡਿੰਗ ਟੂ ਦਾ ਲਾਈਫ ਸਟਾਈਲ, ਅਕੋਰਡਿੰਗ ਟੂ ਦਾ ਲਗਜ਼ਰੀਜ਼, ਹਰ ਇੱਕ ਦਾ ਲਾਈਫ ਸਟਾਈਲ ਕੀ ਆ ਅਨਸਰਟੇਨ ਹੈ ਨਾ। ਅਨਸਰਟੇਨਟੀ ਦਾ ਮੀਨਿੰਗ ਹੁੰਦਾ ਲੈਕ ਆਫ ਨੌਲੇਜ ਦੈਟ ਹੈਲਪ ਟੂ ਫਾਈਂਡ ਕਰੈਕਟ ਕਨਕਲੂਜ਼ਨ। ਕਿ ਡੀਲਿੰਗ ਵਿਦ ਅਨਸਰਟੇਨਟੀ ਮਤਲਬ ਕਿ ਆਪਣੇ ਕੋਲ ਕੋਈ ਨੌਲੇਜ ਪ੍ਰੋਪਰ ਨਹੀਂ ਹੈਗੀ, ਲੈਕ ਹੈ, ਕਮੀ ਹੈ ਕੋਈ ਨਾ ਕੋਈ ਨੌਲੇਜ ਦੀ ਆਪਣੇ ਕੋਲ, ਤਾਂ ਕਰਕੇ ਕੀ ਆਪਾਂ ਫਾਈਨਲ ਡਿਸੀਜ਼ਨ ਹੈ ਜਿਹੜਾ ਆਪਣਾ ਫਾਈਂਡ ਆਊਟ, ਜਾਂ ਆਪਾਂ ਕਹਿ ਦਈਏ ਸਹੀ ਡਿਸੀਜ਼ਨ ਹੈ ਜਿਹੜਾ ਆਪਾਂ ਉਹ ਫਾਈਂਡ ਆਊਟ ਨਹੀਂ ਕਰ ਪਾਉਂਦੇ। ਤਾਂ ਜਦੋਂ ਆਪਾਂ ਇਹੋ ਜਿਹੀ ਸਿਚੁਏਸ਼ਨ ਨਾਲ ਡੀਲ ਕਰਨਾ ਤਾਂ ਆਪਾਂ ਬੋਲਾਂਗੇ ਡੀਲਿੰਗ ਵਿਦ ਅਨਸਰਟੇਨਟੀ। It uncertainty means lack of knowledge that help us to find correct conclusion। ਕਿ ਆਪਣੇ ਕੋਲ ਜਿਹੜੀ ਨੌਲੇਜ ਹੈ ਜਾਂ ਤਾਂ ਘੱਟ ਹੈਗੀ ਹੈ, ਜਾਂ ਕਿ ਆਪਣੀ ਮੇਨ ਜਿਹੜੀ ਪ੍ਰੋਬਲਮ ਆ ਉਹਦੇ ਰਿਲੇਟਿਵਲੀ ਨਹੀਂ ਹੈਗੀ, ਤਾਂ ਕਰਕੇ ਕੀ ਆਪਾਂ ਸਹੀ ਕਨਕਲੂਜ਼ਨ ਕਈ ਵਾਰ ਫਾਈਂਡ ਆਊਟ ਨਹੀਂ ਕਰ ਸਕਦੇ। ਤਾਂ ਇਹੋ ਜਿਹੀ ਪ੍ਰੋਬਲਮ ਨਾਲ ਆਪਾਂ ਕੀ ਹੈ ਡੀਲ ਕਰਾਂਗੇ। ਇਹਨਾਂ ਨੇ ਇੱਧਰ ਜਿਹੜੀ ਉਹਦੇ ਵਿੱਚ ਅਲੱਗ ਤੋਂ ਦਿੱਤੀ ਹੈ ਡੈਫੀਨੇਸ਼ਨ, ਇਹਦੇ ਵਿੱਚ ਵੀ ਦੇਖੋ, ਅਨਸਰਟੇਨਟੀ ਇਜ਼ ਅਸੈਂਸ਼ੀਅਲ ਲੈਕ ਆਫ ਇਨਫੋਰਮੇਸ਼ਨ ਟੂ ਫਾਰਮੂਲੇਟ ਅ ਡਿਸੀਜ਼ਨ। ਅਨਸਰਟੇਨਟੀ ਮੇ ਰਿਜ਼ਲਟ ਇਨ ਮੇਕਿੰਗ ਪੂਅਰ ਔਰ ਬੈਡ ਡਿਸੀਜ਼ਨ। ਕਿ ਅਨਸਰਟੇਨਟੀ ਨਾਲ ਕਹਿੰਦੇ ਮਤਲਬ ਕੀ ਹੈ ਕਿ ਇਨਫੋਰਮੇਸ਼ਨ ਦੀ ਆਪਣੇ ਕੋਲ ਘਾਟ ਹੈ ਨੌਲੇਜ ਦੀ, ਤਾਂ ਕਰਕੇ ਆਪਾਂ ਡਿਸੀਜ਼ਨ ਜਾਂ ਤਾਂ ਨਹੀਂ ਲੈ ਪਾਉਂਦੇ। ਜੇਕਰ ਆਪਾਂ ਡਿਸੀਜ਼ਨ ਲੈ ਪਾਉਂਦੇ ਹਾਂ ਤਾਂ ਕੀ ਉਹ ਪੂਅਰ ਹੁੰਦੇ ਆ ਜਾਂ ਬੈਡ ਹੁੰਦੇ ਆ, ਮਤਲਬ ਆਪਣੀ ਪ੍ਰੋਬਲਮ ਨੂੰ ਜਿਹੜੀ ਹੈਗਾ ਸੋਲਵ ਨਹੀਂ ਕਰ ਪਾਉਂਦੇ। ਇਹੋ ਜਿਹੇ ਡਿਸੀਜ਼ਨ ਆਪਾਂ ਨੂੰ ਜਿਹੜੇ ਲੈਣੇ ਪੈ ਸਕਦੇ ਨੇ। ਡੀਲਿੰਗ ਵਿਦ ਅਨਸਰਟੇਨਟੀ ਇਜ਼ ਇੰਪੋਰਟੈਂਟ ਇਨ AI ਬਿਕੋਜ਼ ਕੁਛ ਕੁ ਟੋਪਿਕ ਦਿੱਤੇ ਨੇ ਕਿ ਆਪਾਂ ਨੂੰ ਇਹਦੇ ਨਾਲ ਡੀਲ ਕਿਉਂ ਕਰਨਾ ਪੈਂਦਾ, ਠੀਕ ਹੈ। ਦਾ ਵਰਡ ਚੇਂਜ ਸਮਟਾਈਮ ਅਨਪ੍ਰੈਡਿਕਟਿਵਲੀ ਐਜ਼ ਅ ਰਿਜ਼ਲਟ ਆਫ ਐਕਸਟਰਨਲ ਐਕਸ਼ਨਸ। ਦੇਖੋ ਆਪਾਂ ਕੀ ਕਿਹਾ ਹੈਗਾ ਕਿ ਇਨਫੋਰਮੇਸ਼ਨ ਨੌਲੇਜ ਦੀ ਆਪਣੇ ਕੋਲ ਕੀ ਹੈ ਕਮੀ ਹੁੰਦੀ ਹੈ। ਕਮੀ ਕਿਉਂ ਹੋ ਜਾਂਦੀ ਹੈ? ਕਿਉਂਕਿ ਜਿਹੜਾ ਵਰਡ ਹੈਗਾ ਆਪਣੀ ਕੀ ਹੈ ਦੁਨੀਆ ਹਰ ਰੋਜ਼ ਚੇਂਜ ਹੁੰਦੀ ਹੈ ਨਾ, ਆਪਣਾ ਲਾਈਫ ਸਟਾਈਲ ਹਰ ਰੋਜ਼ ਚੇਂਜ ਹੁੰਦਾ, ਹਰ ਰੋਜ਼ ਆਪਣਾ ਜਿਹੜਾ ਆਪਾਂ ਕਹਿ ਦਈਏ ਵਰਡ ਹੈ ਜਿਹੜਾ ਚੇਂਜ ਹੁੰਦਾ, ਤਾਂ ਕਰਕੇ ਕਈ ਵਾਰ ਕੀ ਹੈ ਅਚਾਨਕ ਹੁੰਦਾ, ਕਈ ਵਾਰ ਕੀ ਹੈ ਹੌਲੀ ਹੌਲੀ ਆਪਣੇ ਐਕਸ਼ਨ 'ਤੇ ਡਿਪੈਂਡ ਹੁੰਦਾ। ਤਾਂ ਵਰਡ ਦੇ ਵਿੱਚ ਕੁਛ ਨਾ ਕੁਛ ਚੇਂਜਸ ਆਉਂਦੇ ਰਹਿੰਦੇ ਆ, ਤਾਂ ਆਪਾਂ ਨੂੰ ਕੀ ਆ ਹਰ ਰੋਜ਼ ਨਵੀਂ ਤੋਂ ਨਵੀਂ ਨੌਲੇਜ ਅਵੇਲੇਬਲ ਹੋਣੀ ਚਾਹੀਦੀ ਆ। ਜਿਵੇਂ ਵਰਡ ਚੇਂਜ ਹੁੰਦਾ ਉਵੇਂ ਕੀ ਆਪਣਾ ਨੌਲੇਜ ਵੀ ਆਪਣੀ ਇਨਫੋਰਮੇਸ਼ਨ ਵੀ ਅਪ ਟੂ ਡੇਟ ਰਹਿਣੀ ਚਾਹੀਦੀ ਹੈ। ਤਾਂ ਹੀ ਕਰਕੇ ਕੀ ਆਪਾਂ ਨੂੰ ਅਨਸਰਟੇਨਟੀ ਪ੍ਰੋਬਲਮਸ ਆ ਜਾਂਦੀਆਂ ਜਦੋਂ ਆਪਣੇ ਕੋਲ ਜਿਹੜੀ ਆ ਅਪ ਟੂ ਡੇਟ ਨੌਲੇਜ ਨਹੀਂ ਹੁੰਦੀ। ਅਵਰ ਬਲੀਫਸ ਅਬਾਊਟ ਦਾ ਵਰਡ ਚੇਂਜ, ਤਾਂ ਆਪਣੀ ਕੀ ਵਿਸ਼ਵਾਸ ਹੈ ਵਰਡ ਬਾਰੇ ਕਈ ਵਾਰ ਉਹ ਚੀਜ਼ ਹੁੰਦੀ ਹੈ। ਕਈ ਵਾਰ ਹੁੰਦਾ ਕਿ ਆਪਾਂ ਨੂੰ ਜਿਹੜੀ ਕੋਈ ਚੀਜ਼ ਵਧੀਆ ਲੱਗਦੀ ਹੈ, ਪਹਿਲਾਂ ਆਪਾਂ ਨੂੰ ਲੱਗਦਾ ਕਿ ਇਹਦੇ ਬੈਨੀਫਿਟ ਹੈ, ਅਚਾਨਕ ਆਪਾਂ ਨੂੰ ਕੀ ਉਹਦੇ ਬਾਰੇ ਕੁਛ ਕੁ ਨੌਲੇਜ ਮਿਲਦੀ ਹੈ ਤਾਂ ਉਹੀ ਚੀਜ਼ ਕੀ ਆਪਾਂ ਨੂੰ ਆਪਦੇ ਲਈ ਹਾਰਮਫੁੱਲ ਲੱਗਣ ਲੱਗ ਜਾਂਦੀ ਹੈ, ਬੈਨੀਫਿਸ਼ੀਅਲ ਜਿਹੜੀ ਚੀਜ਼ ਹੁੰਦੀ ਹੈ। ਤਾਂ ਲੋਕਾਂ ਦੇ ਜਿਹੜੇ ਵਿਊਜ਼ ਹਰ ਰੋਜ਼ ਚੇਂਜ ਹੁੰਦੇ ਰਹਿੰਦੇ ਆ, ਤਾਂ ਕਰਕੇ ਵੀ ਜਿਹੜੀ ਅਨਸਰਟੇਨਟੀ ਦੀ ਪ੍ਰੋਬਲਮ ਆਪਣੇ ਕੋਲ ਅਕਰ ਹੁੰਦੀ ਆ, ਆਪਾਂ ਨੂੰ ਇੱਥੇ ਵੀ ਡੀਲ ਕਰਨਾ ਚਾਹੀਦਾ। ਅਵਰ ਬਲੀਫਸ ਆਫ ਦਾ ਵਰਡ ਮੇ ਵੀ ਅਨਸਰਟੇਨ, ਅਤੇ ਕੋਈ ਵੀ ਆ ਕਿ ਜਿਹੜੇ ਦੁਨੀਆ ਬਾਰੇ ਆਪਣੀ ਬਲੀਵ ਹੈ ਉਹ ਵੀ ਸਰਟੇਨ ਨਹੀਂ, ਨਿਸ਼ਚਿਤ ਨਹੀਂ ਹੈਗੇ, ਅਨਸਰਟੇਨ ਹੈ। ਕਿਉਂਕਿ ਟਾਈਮ ਆਉਣ 'ਤੇ ਆਪਣਾ ਜਿਹੜਾ ਕਿਸੇ 'ਤੇ ਵਿਸ਼ਵਾਸ ਹੁੰਦਾ ਉਹ ਵੀ ਜਿਹੜਾ ਹੈਗਾ ਚੇਂਜ ਹੋ ਜਾਂਦਾ। ਤਾਂ ਹੀ ਕਰਕੇ ਕਹਿੰਦੇ ਆਪਾਂ ਨੂੰ ਜਿਹੜੇ ਡੀਲਿੰਗ ਵਿਦ ਅਨਸਰਟੇਨਟੀ ਆਪਣਾ ਟੋਪਿਕ ਲੈ ਕੇ ਆਏ ਹਾਂ ਕਿ ਜਦੋਂ ਆਪਣੀ ਨੌਲੇਜ ਚੇਂਜ ਹੁੰਦੀ ਰਹਿੰਦੀ, ਆਪਾਂ ਨੂੰ ਅਪ ਟੂ ਡੇਟ ਨੌਲੇਜ ਦੀ ਨੀਡ ਹੁੰਦੀ ਆ ਹਮੇਸ਼ਾ, ਅਤੇ ਬਟ ਆਪਣੇ ਕੋਲ ਪ੍ਰੈਜੈਂਟ ਨਹੀਂ ਹੁੰਦੀ। ਤਾਂ ਅਨਸਰਟੇਨ ਆਪਣੇ ਕੋਲ ਕੋਈ ਪ੍ਰੋਬਲਮ ਆ ਜਾਂਦੀ ਅਨਸਰਟੇਨਲੀ, ਜਿਹਨੂੰ ਕਿ ਆਪਾਂ ਡਿਸੀਜ਼ਨ ਜਿਹਦੇ ਬਾਰੇ ਕਰੈਕਟ ਨਹੀਂ ਲੈ ਪਾਉਂਦੇ, ਤਾਂ ਉਸ ਸਿਸਟਮ ਨਾਲ ਜਾਂ ਉਸ ਪ੍ਰੋਬਲਮ ਨਾਲ ਕੀ ਆਪਾਂ ਨੂੰ ਡੀਲ ਕਰਨਾ ਪੈਂਦਾ। ਤਾਂ ਕਰਕੇ ਆਪਾਂ ਨੂੰ ਇਹ ਕਨਸੈਪਟ ਡੀਲਿੰਗ ਵਿਦ ਅਨਸਰਟੇਨਟੀ ਆਇਆ।
ਨੈਕਸਟ ਇਹਦਾ ਹੈਗਾ ਟੋਪਿਕ ਸਿੰਬੋਲਿਕ ਰੀਜ਼ਨਿੰਗ ਅੰਡਰ ਅਨਸਰਟੇਨਟੀ, ਕਿ ਜੇ ਅਨਸਰਟੇਨਟੀ ਦੇ ਵਿੱਚ ਸਿੰਬੋਲਿਕ ਰੀਜ਼ਨਿੰਗ ਆਪਾਂ ਕਿਸੇ ਨੂੰ ਪ੍ਰੋਬਲਮ ਆਈ ਤਾਂ ਉਹਨੂੰ ਸਿੰਬੋਲਿਕਲੀ ਕਿਵੇਂ ਮਤਲਬ ਦੂਰ ਕਰਾਂਗੇ। ਠੀਕ ਹੈ, ਇਹਦੇ ਵਿੱਚ ਦੋ ਤਰ੍ਹਾਂ ਦੀ ਰੀਜ਼ਨਿੰਗ ਹੁੰਦੀ ਆ, ਮੋਨੋਟੋਨਿਕ ਅਤੇ ਨੋਨ ਮੋਨੋਟੋਨਿਕ ਰੀਜ਼ਨਿੰਗ। ਹੁਣ ਦੇਖੋ ਮੋਨੋਟੋਨਿਕ ਦੇ ਵਿੱਚ ਕੀ ਹੁੰਦਾ। ਮੋਨੋਟੋਨਿਕ ਹੁੰਦਾ ਕਿ ਇੱਕ ਵਾਰ ਆਪਾਂ ਨੌਲੇਜ ਹੈ ਜਿਹੜੀ ਡੇਟਾਬੇਸ ਦੇ ਵਿੱਚ ਸਟੋਰ ਕਰ ਲਈ। ਠੀਕ ਹੈ, ਆਪਣੇ ਕੋਲ ਜਿਹੜੀ ਨੌਲੇਜ ਅਵੇਲੇਬਲ ਸੀ ਆਪਾਂ ਉਹਨੂੰ ਜਿਹੜਾ ਹੈਗਾ ਡੇਟਾਬੇਸ ਦੇ ਵਿੱਚ ਸਟੋਰ ਸੀ, ਉਸ ਨੌਲੇਜ ਤੋਂ ਆਪਾਂ ਕੋਈ ਡਿਸੀਜ਼ਨ ਫਾਈਂਡ ਆਊਟ ਕੀਤਾ। ਜਿਹੜਾ ਡਿਸੀਜ਼ਨ ਲੈਣਾ ਸੀ ਆਪਾਂ ਆਪਦੀ ਪ੍ਰੋਬਲਮ ਬਾਰੇ, ਉਹ ਡਿਸੀਜ਼ਨ ਲੈ ਲਿਆ। ਡਿਸੀਜ਼ਨ ਲੈਣ ਤੋਂ ਬਾਅਦ ਆਪਣੇ ਕੋਲ ਕੋਈ ਨਵੀਂ ਨੌਲੇਜ ਆਈ ਹੈ ਤਾਂ ਉਹ ਨਵੀਂ ਨੌਲੇਜ ਦਾ ਆਪਣੇ ਡਿਸੀਜ਼ਨ 'ਤੇ ਕੋਈ ਇਫੈਕਟ ਨਹੀਂ ਪਊਗਾ। ਆਪਾਂ ਆਪਦਾ ਡਿਸੀਜ਼ਨ ਹੈ ਜਿਹੜਾ ਉਹੀ ਰੱਖਾਂਗੇ। ਆਪਣਾ ਨਵੀਂ ਨੌਲੇਜ ਜਿਹੜੀ ਆਪਣੇ ਡਿਸੀਜ਼ਨ ਨੂੰ ਇਫੈਕਟ ਨਹੀਂ ਕਰੂਗੀ। ਇਹ ਹੁੰਦਾ ਮੋਨੋਟੋਨਿਕ। ਨੋਨ ਮੋਨੋਟੋਨਿਕ ਦੇ ਵਿੱਚ ਕੀ ਹੈ ਕਿ ਜਿਹੜਾ ਆਪਾਂ ਮੰਨ ਲਓ ਕੋਈ ਡਿਸੀਜ਼ਨ ਲਿਆ, ਠੀਕ ਹੈ, ਆਪਾਂ ਕੋਈ ਬਲੀਫ ਲਿਆ, ਜਦੋਂ ਆਪਣੇ ਕੋਲ ਨਵੀਂ ਨੌਲੇਜ ਆਈ ਤਾਂ ਆਪਾਂ ਅਜ਼ੰਪਸ਼ਨ ਕੀਤੀ ਕਿ ਜਿਹੜਾ ਪੁਰਾਣਾ ਡਿਸੀਜ਼ਨ ਹੈ ਉਹਨੂੰ ਆਪਾਂ ਨੂੰ ਚੇਂਜ ਕਰਨਾ ਪਊਗਾ। ਤਾਂ ਪੁਰਾਣਾ ਡਿਸੀਜ਼ਨ ਕੀ ਹੈ, ਆਪਣਾ ਕੋਈ ਪ੍ਰੋਬਲਮ ਕ੍ਰੀਏਟ ਕਰਦਾ ਜਾਂ ਆਪਣੀ ਪ੍ਰੋਬਲਮ ਨੂੰ ਸੋਲਵ ਨਹੀਂ ਕਰਦੇ ਹੈ ਪ੍ਰੋਪਰਲੀ, ਤਾਂ ਆਪਾਂ ਨਵੀਂ ਨੌਲੇਜ ਦੇ ਅਕੋਰਡਿੰਗ ਆਪਣਾ ਡਿਸੀਜ਼ਨ ਚੇਂਜ ਕਰ ਸਕਦੇ ਹਾਂ। ਡਿਸੀਜ਼ਨ ਦੇ ਵਿੱਚ ਕੁਛ ਕੁ ਨਵੀਆਂ ਚੀਜ਼ਾਂ ਐਡ ਕਰ ਸਕਦੇ ਹਾਂ। ਤਾਂ ਨੋਨ ਮੋਨੋਟੋਨਿਕ ਦੇ ਵਿੱਚ ਕੀ ਹੈ ਕਿ ਜਿਹੜੀ ਨਵਾਂ ਆਪਣੇ ਕੋਲ ਨੌਲੇਜ, ਨਵੀਂ ਇਨਫੋਰਮੇਸ਼ਨ, ਨਵੀਂ ਨੌਲੇਜ ਆਊਗੀ, ਉਹ ਆਪਣੇ ਡਿਸੀਜ਼ਨ 'ਤੇ ਇਫੈਕਟ ਕਰੂਗੀ। ਠੀਕ ਹੈ, ਮੇਨ ਦੇ ਵਿੱਚ ਡਿਫਰੈਂਸ ਹੈ। ਕਈ ਵਾਰ ਦੋ ਸ਼ੋਰਟ ਕੁਐਸਚਨ 2 ਨੰਬਰ ਦੇ ਵਿੱਚ ਇਹ ਵੀ ਪੁੱਛ ਲੈਂਦੇ ਆ, ਵਟ ਇਜ਼ ਦਾ ਮੇਨ ਡਿਫਰੈਂਸ ਬਿਟਵੀਨ ਮੋਨੋਟੋਨਿਕ ਐਂਡ ਨੋਨ ਮੋਨੋਟੋਨਿਕ ਰੀਜ਼ਨਿੰਗ। ਮੋਨੋਟੋਨਿਕ ਦੇ ਵਿੱਚ ਕੀ ਹੋਊਗਾ ਕਿ ਜਿਹੜੀ ਆਪਣੀ ਨਵੀਂ ਨੌਲੇਜ ਆਊਗੀ ਉਹਨੂੰ ਆਪਾਂ ਸੇਵ ਤਾਂ ਕਰਾਂਗੇ ਫॉर ਫਿਊਚਰ ਯੂਜ਼, ਬਟ ਦੈਟ ਸ਼ੁੱਡ ਨਾਟ ਅਫੈਕਟਡ ਆਵਰ ਡਿਸੀਜ਼ਨ। ਠੀਕ ਹੈ, ਆਪਣੇ ਡਿਸੀਜ਼ਨ ਨੂੰ ਕਦੇ ਵੀ ਉਹ ਜਿਹੜਾ ਇਫੈਕਟ ਨਹੀਂ ਕਰੂਗੀ। ਡਿਸੀਜ਼ਨ ਆਪਾਂ ਨੇ ਜਿਹੜਾ ਸੇਮ ਰਹੂਗਾ। ਬਟ ਨੋਨ ਮੋਨੋਟੋਨਿਕ ਦੇ ਵਿੱਚ ਕੀ ਹੈ, ਜੇਕਰ ਆਪਾਂ ਕੋਈ ਡਿਸੀਜ਼ਨ ਪਹਿਲਾਂ ਲਿਆ ਹੋਇਆ, ਕਨਕਲੂਜ਼ਨ 'ਤੇ ਆਪਾਂ ਪਹੁੰਚੇ ਹੋਏ ਹਾਂ, ਤਾਂ ਨਵੀਂ ਨੌਲੇਜ ਆਉਣ ਦੇ ਨਾਲ ਆਪਾਂ ਕੀ ਆਪਦਾ ਕਨਕਲੂਜ਼ਨ ਵੀ ਚੇਂਜ ਕਰ ਸਕਦੇ ਹਾਂ, ਉਹਨੂੰ ਕੀ ਅਪਡੇਟ ਕਰ ਸਕਦੇ ਹਾਂ। ਨੋਨ ਮੋਨੋਟੋਨਿਕ ਦੀਆਂ ਅੱਗੇ ਟਾਈਪਸ ਹੈਗੀਆਂ, ਜਿਵੇਂ ਪਹਿਲਾਂ ਹੈਗਾ ਸਟੈਟੀਕਲ ਰੀਜ਼ਨਿੰਗ। ਠੀਕ ਹੈ, ਸਟੈਟੀਕਲ ਰੀਜ਼ਨਿੰਗ ਦੇ ਵਿੱਚ ਕੀ ਹੈ, ਆਪਾਂ ਕੋਈ ਨਿਊਮੈਰਿਕ ਮੈਜ਼ਰ ਹੈ ਜਿਹੜਾ ਸਰਟੇਨਟੀ ਮਤਲਬ ਨਿਊਮੈਰੀਕਲ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਨੂੰ ਆਪਾਂ ਸੋਲਵ ਕਰਦੇ ਹਾਂ ਸਟੈਟੀਕਲ ਰੀਜ਼ਨਿੰਗ ਦੇ ਵਿੱਚ। ਇਹਦੇ ਵਿੱਚ ਕੀ ਹੈ, ਆਪਣਾ ਮਤਲਬ ਨਿਊਮੈਰੀਕਲ ਆਪਾਂ ਮੈਜ਼ਰ ਕਰਦੇ ਹਾਂ, ਟਰੂ ਅਤੇ ਫੋਲਸ ਦੇ ਵਿੱਚ ਆਪਣਾ ਜਿਹੜਾ ਰਿਜ਼ਲਟ ਨਹੀਂ ਹੁੰਦਾ, ਨਿਊਮੈਰੀਕਲ ਹੀ ਆਊਗਾ। ਅਤੇ ਇਹਦੇ ਵਿੱਚ ਕੀ ਹੈ, ਇਹ ਕੰਪਲੀਟ ਹੋਊਗੀ। ਜਿਹੜਾ ਆਪਾਂ ਇਸ ਦੇ ਅਕੋਰਡਿੰਗ ਡਿਸੀਜ਼ਨ ਲਵਾਂਗੇ ਉਹ ਡਿਸੀਜ਼ਨ ਆਪਣਾ ਕੰਪਲੀਟ ਹੋਊਗਾ। ਕੰਸਿਸਟੈਂਟ ਹੋਊਗਾ। ਕੰਸਿਸਟੈਂਟ ਹੈ ਕਿ ਜਿਹੜਾ ਫਿਕਸ ਹੁੰਦਾ। ਦ ਓਨਲੀ ਵੇ ਟੂ ਚੇਂਜ ਇਟ ਕੈਨ ਚੇਂਜ ਇਜ਼ ਦੈਟ ਨਿਊ ਫੈਕਟਸ ਕੈਨ ਬੀ ਐਡਡ ਐਜ਼ ਦੇ ਬਿਕਮ ਅਵੇਲੇਬਲ। ਦੇਖੋ ਵੈਸੇ ਤਾਂ ਕੰਸਿਸਟੈਂਟ ਹੋਊਗਾ, ਫਿਕਸ ਹੋਊਗਾ, ਬਟ ਚੇਂਜ ਹੋ ਸਕਦਾ ਜੇਕਰ ਆਪਾਂ ਨਵੇਂ ਫੈਕਟ ਹੈ ਜਿਹੜੇ ਐਡ ਕੀਤੇ ਅਤੇ ਆਪਣੇ ਕੋਲ ਨਵੇਂ ਫੈਕਟ ਅਵੇਲੇਬਲ ਹੋਣਗੇ ਤਾਂ ਉਸ ਅਕੋਰਡਿੰਗ ਕੀ ਆਪਣਾ ਡਿਸੀਜ਼ਨ ਚੇਂਜ ਹੋ ਸਕਦਾ। ਡਿਫੋਲਟ ਰੀਜ਼ਨਿੰਗ। ਡਿਫੋਲਟ ਰੀਜ਼ਨਿੰਗ ਇਹ ਵੀ ਦੇਖੋ ਨੋਨ ਮੋਨੋਟੋਨਿਕ ਰੀਜ਼ਨਿੰਗ ਪਰਫੋਰਮ ਕਰਦੀ ਹੈ। ਤਾਂ ਇਹਨੂੰ ਕੀ ਕਾਮਨਲੀ ਡਿਫੋਲਟ ਰੀਜ਼ਨਿੰਗ ਕਿਹਾ ਜਾਂਦਾ। ਇਹਦੇ ਵਿੱਚ ਕੀ ਇੱਕ ਤਾਂ ਆਪਾਂ ਨੋਨ ਮੋਨੋਟੋਨਿਕ ਲੌਜਿਕ ਜਿਹੜਾ ਯੂਜ਼ ਕਰਦੇ ਹਾਂ। ਲੌਜਿਕ ਦੇ ਵਿੱਚ ਐਗਜ਼ਾਮਪਲ ਦਿੱਤੀਆਂ ਨੇ, for all x and y, if x is related to y and ਦਾ ਸਾਈਨ ਹੈ ਵਿੱਚ, and the fact that x gets along with y is consistent with everything else that is believed, that then conclude that x will defend y। ਦੇਖੋ ਫॉर all x and y, ਜਿੰਨੇ ਵੀ x ਅਤੇ y ਉਹਨਾਂ ਲਈ ਇਹ ਹੋਊਗਾ। ਜੇਕਰ ਆਪਾਂ ਮੰਨਦੇ ਹਾਂ ਕਿ x ਜਿਹੜਾ ਰਿਲੇਟ ਕਰਦਾ y ਨੂੰ, ਐਂਡ x ਗੈਟ ਅਲੋਂਗ ਵਿਦ y, ਤਾਂ ਆਪਾਂ ਕੀ ਮੰਨ ਕੇ ਚੱਲੇ ਹਾਂ, ਆਪਾਂ ਜ਼ਿਊਮ ਕੀ ਕੀਤਾ ਕਿ ਜਿਹੜਾ x ਹੈ ਉਹ ਡਿਫੈਂਡ ਕਰੂਗਾ y ਨੂੰ। ਆਪਾਂ ਅਜ਼ੰਪਸ਼ਨ ਕੀਤੀ ਹੈ, ਨਵੀਂ ਨੌਲੇਜ ਆਈ। ਦੇਖੋ ਪਹਿਲਾਂ ਆਪਣੇ ਕੋਲ ਕੀ ਸੀ, x y ਨੂੰ ਰਿਲੇਟ ਕਰਦਾ, ਠੀਕ ਹੈ। ਫਿਰ ਨਵੀਂ ਨੌਲੇਜ ਆਈ ਆਪਣੇ ਕੋਲ ਕਿ x ਜਿਹੜਾ ਗੈਟ ਅਲੋਂਗ ਟੂ y, ਠੀਕ ਹੈ। ਤਾਂ ਨਵੀਂ ਨੌਲੇਜ ਦੇ ਅਕੋਰਡਿੰਗ ਆਪਾਂ ਡਿਸੀਜ਼ਨ ਕੀ ਲਿਆ ਕਿ x ਹੈ ਜਿਹੜਾ ਡਿਫੈਂਡ ਕਰੂਗਾ y ਨੂੰ। ਤਾਂ ਆਪਣਾ ਕੀ ਨਵੀਂ ਨੌਲੇਜ ਆਉਣ ਦੇ ਨਾਲ ਆਪਣਾ ਡਿਸੀਜ਼ਨ 'ਤੇ ਇਫੈਕਟ ਪਿਆ, ਆਪਾਂ ਡਿਸੀਜ਼ਨ ਕੀ ਹੈ ਚੇਂਜ ਕੀਤਾ। ਡਿਫੋਲਟ ਲੌਜਿਕ, ਅਤੇ ਇਹਦੇ ਵਿੱਚ ਆਪਾਂ ਰੇਟਰਸ ਡਿਫੋਲਟ ਲੌਜਿਕ ਯੂਜ਼ ਕਰਾਂਗੇ। ਇਹਦੇ ਵਿੱਚ ਇਹਦਾ ਮਤਲਬ ਫਾਰਮੂਲਾ ਦੇਖੋ,
A/B/C। ਇਹਨੂੰ ਆਪਾਂ ਪੜ੍ਹਨ ਜੇ ਇਹਨੂੰ ਆਪਾਂ ਰੀਡ ਕਰਨਾ ਹੋਵੇ ਆਪਾਂ ਕਰਾਂਗੇ ਇਫ A ਇਜ਼ ਪ੍ਰੂਵੇਬਲ, ਕਿ ਜੇ A ਪ੍ਰੂਵ ਹੋ ਗਿਆ ਤੇ ਇਹ ਕੰਸਿਸਟੈਂਟ ਹੈ। ਇਫ A ਇਜ਼ ਪ੍ਰੂਵੇਬਲ, ਜੇ A ਪ੍ਰੂਵੇਬਲ ਹੈ ਤਾਂ ਆਪਾਂ ਅਜ਼ਿਊਮ ਕਰਾਂਗੇ B ਹੈ ਜਿਹੜਾ ਕੰਸਿਸਟੈਂਟ ਹੈ, ਤਾਂ ਫਿਰ ਕੀ ਆਪਾਂ C ਕਨਕਲੂਡ ਕਰ ਸਕਦੇ ਹਾਂ। ਇਹਨੂੰ ਇਸ ਤਰੀਕੇ ਜਿਹੜਾ ਰੀਡ ਕੀਤਾ ਜਾਂਦਾ। ਨੈਕਸਟ ਆਪਣਾ ਆਇਆ ਅਬਡਕਸ਼ਨ ਲੌਜਿਕ। ਇਹਦੇ ਵਿੱਚ ਕੀ ਹੈ, ਇਹ ਫੋਰਮ ਆਫ ਰੀਜ਼ਨਿੰਗ ਵੇਅਰ ਅਸੰਪਸ਼ਨਸ ਆਰ ਮੇਡ ਟੂ ਐਕਸਪਲੇਨ ਓਬਜ਼ਰਵੇਸ਼ਨ। ਕਿ ਆਪਾਂ ਕੀ ਹੈ, ਕੋਈ ਆਪਾਂ ਓਬਜ਼ਰਵ ਕੀਤੀ ਚੀਜ਼ ਉਹਨੂੰ ਐਕਸਪਲੇਨ ਕਰ ਲਈ ਕਿ ਆਪਾਂ ਅਜ਼ੰਪਸ਼ਨਸ ਆਪਦੇ ਵੱਲੋਂ ਧਾਰਨਾਵਾਂ ਜਿਹੜੀਆਂ ਆਪਾਂ ਧਾਰਨਾਵਾਂ ਕਹਿ ਦਿੰਦੇ ਉਹ ਕੀ ਹੈ ਪੇਸ਼ ਕਰਾਂਗੇ। ਠੀਕ ਹੈ, ਜਿਵੇਂ ਇਹਨਾਂ ਨੇ ਸੈਕਿੰਡ ਐਗਜ਼ਾਮਪਲ ਦੇਖੋ, ਫॉर ऑल एक्स ਮੈਜ਼ਲਸ, ਫॉर ऑल एक्स ਸਪੋਰਟਸ ਦੈਨ ਬਿਲੋਂਗਸ ਟੂ ਮੈਜ਼ਲਸ। ਕਿ ਹਰ ਇੱਕ ਐਕਸ ਲਈ ਜੇਕਰ ਕਿਸੇ ਆਪਾਂ ਨੂੰ ਐਕਸ 'ਤੇ ਮਤਲਬ ਐਕਸ ਕੋਈ ਇਨਸਾਨ ਹੋਊਗਾ, ਹਰ ਇੱਕ ਇਨਸਾਨ ਲਈ ਜੇ ਕੋਈ ਇਨਸਾਨ 'ਤੇ ਆਪਾਂ ਨੂੰ ਸਪੋਟਸ ਮਿਲਦੇ ਆ ਤਾਂ ਆਪਾਂ ਕੀ ਮੰਨਦੇ ਹਾਂ ਕਿ ਉਹਨੂੰ ਮੈਜ਼ਲਸ ਦੀ ਪ੍ਰੋਬਲਮ ਹੈਗੀ ਆ। ਸਪੋਟਸ ਮਤਲਬ ਕਿ ਕੋਈ ਜਿਵੇਂ ਆਪਾਂ ਕਹਿ ਦਿੰਦੇ ਹਾਂ ਦਾਗ ਜਾਂ ਜਿਵੇਂ ਫਿੰਸਿੰਗ ਵਗੈਰਾ, ਅਤੇ ਮੈਜ਼ਲਸ ਦਾ ਮੀਨਿੰਗ ਹੁੰਦਾ ਖਸਰਾ, ਜਿਹਨੂੰ ਆਪਾਂ ਆਮ ਮਤਲਬ ਕਹਿ ਦਿੰਦੇ ਹਾਂ ਨਾ ਵੀ ਟਾਈਫਾਈਡ ਵਗੈਰਾ ਹੋ ਗਿਆ, ਜਾਂ ਫਿਰ ਆਪਾਂ ਮਾਤਾ ਵੀ ਕਹਿ ਦਿੰਦੇ ਹਾਂ। ਤਾਂ ਜੇਕਰ ਦੇਖੋ ਆਪਾਂ ਅਜ਼ੰਪਸ਼ਨ ਹੀ ਕੀਤੀ, ਆਪਾਂ ਨੂੰ ਨਹੀਂ ਪਤਾ ਕਰੈਕਟ ਹੈ ਜਾਂ ਨਹੀਂ, ਬਟ ਕੀ ਆਪਾਂ ਗੈਸ ਲਗਾਇਆ ਕਿ ਜੇਕਰ ਕਿਸੇ ਦੇ ਸਪੋਟਸ ਦਿਖਦੇ ਆ ਤਾਂ ਆਪਾਂ ਉਹਨੂੰ ਮੰਨਦੇ ਹਾਂ ਕਿ ਇਹਦੇ ਕੀ ਹੈ ਮੈਜ਼ਲਸ ਦੀ ਇਹਨੂੰ ਪ੍ਰੋਬਲਮ ਹੋ ਗਈ ਹੈ। ਆਪਾਂ ਕੀ ਅਜ਼ਿਊਮ ਲੈ ਕੇ ਚੱਲੇ, ਅਜ਼ੰਪਸ਼ਨ ਕੀਤੀ। ਤਾਂ ਹੁਣ ਦੇਖੋ ਨਵੀਂ ਨੌਲੇਜ ਆਊਗੀ ਜਦੋਂ ਉਦੋਂ ਆਪਾਂ ਕਿਸੇ ਐਕਸਪਰਟ ਨੂੰ ਦਿਖਾਵਾਂਗੇ ਤਾਂ ਨਵੀਂ ਨੌਲੇਜ ਕਿ ਉਹ ਹੋ ਸਕਦਾ ਆਪਣਾ ਜਿਹੜੀ ਅਜ਼ੰਪਸ਼ਨ ਹੈ ਸਹੀ ਹੋਵੇ, ਮੈਜ਼ਲਸ ਹੋਵੇ, ਬਟ ਹੋ ਸਕਦਾ ਕਈ ਵਾਰ ਮੈਜ਼ਲਸ ਨਹੀਂ ਵੀ ਹੁੰਦੇ, ਕੋਈ ਐਲਰਜੀ ਵਗੈਰਾ ਹੋ ਸਕਦੀ ਹੈ। ਅਤੇ ਨਵੀਂ ਨੌਲੇਜ ਦੇ ਅਕੋਰਡਿੰਗ ਜਿਹੜਾ ਆਪਣੀ ਅਜ਼ੰਪਸ਼ਨ ਹੈ, ਆਪਣਾ ਡਿਸੀਜ਼ਨ ਹੈ ਉਹ ਕੀ ਹੈ ਚੇਂਜ ਹੋ ਸਕਦਾ। ਫਿਰ ਆ ਗਿਆ ਇਨਹੈਰੀਟੈਂਸ। ਇਨਹੈਰੀਟੈਂਸ ਮੈਪਿੰਗ ਅਪਰੋਚ ਟੂ ਰਿਜ਼ੋਲਵ ਇਸ਼ੂ ਆਫ ਲੈਟਰਲ ਐਂਡ ਅਪਵਰਡ ਇਨਹੈਰੀਟੈਂਸ। ਇਹਦੇ ਵਿੱਚ ਕੀ ਆਪਾਂ ਜਿਹੜੇ ਇਸ਼ੂ ਨੂੰ ਕੋਈ ਪ੍ਰੋਬਲਮ ਨੂੰ ਸੋਲਵ ਕਰਨਾ ਅਪਵਰਡ ਵੇ ਦੇ ਵਿੱਚ ਕਰਨਾ। ਠੀਕ ਹੈ, ਪਹਿਲਾਂ ਆਪਾਂ ਕੁਛ ਸੋਚਿਆ, ਮਤਲਬ ਪਹਿਲਾਂ ਆਪਾਂ ਨੂੰ ਇੱਕ ਡਿਸੀਜ਼ਨ ਲਿਆ, ਉਸ ਤੋਂ ਅੱਗੇ ਫਿਰ ਆਪਾਂ ਨੂੰ ਉਸ ਦੇ ਰਿਲੇਟਡ ਸੈਕਿੰਡ ਡਿਸੀਜ਼ਨ ਹੋ, ਦੋਨੋਂ ਡਿਸੀਜ਼ਨ ਦੇ ਰਿਲੇਟਡ ਆਪਾਂ ਜਿਹੜੀ ਜਿਵੇਂ ਇਨਹੈਰੀਟੈਂਸ ਦੇ ਵਿੱਚ ਹੁੰਦਾ ਸੀ ਕਿ ਇੱਕ ਬੇਸ ਕਲਾਸ ਹੁੰਦੀ ਸੀ ਜਾਂ ਉਹ ਤੋਂ ਆਪਾਂ ਇੱਕ ਜਾਂ ਦੋ ਡਰਾਈਵ ਕਲਾਸ ਬਣਾਉਂਦੇ ਸੀ, ਜਾਂ ਦੋ ਬੇਸ ਕਲਾਸ ਹੁੰਦੀਆਂ ਸੀ ਉਹ ਤੋਂ ਕੀ ਆਪਾਂ ਇੱਕ ਡਰਾਈਵਡ ਕਲਾਸ ਬਣਾਉਂਦੇ ਸੀ। ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਇਹ ਵੀ ਦੇਖੋ, ਇਫ ਜੌਨ ਇਜ਼ ਅ ਮੈਨ ਦੈਨ ਮੈਨ ਆਰ ਲੈਂਡ ਐਨੀਮਲ। ਦੋ ਆਪਣੇ ਕੋਲ ਅਜ਼ੰਪਸ਼ਨ ਦਿੱਤੀਆਂ ਕਿ ਜੌਨ ਮੈਨ ਹੈ, ਇੱਕ ਇਨਸਾਨ ਹੈ, ਅਤੇ ਇਨਸਾਨ ਹੈ ਜਿਹੜੇ ਲੈਂਡ ਐਨੀਮਲ ਹੁੰਦੇ ਆ, ਅਤੇ ਲੈਂਡ ਐਨੀਮਲ ਹੈ ਜਿਹੜੇ ਮਤਲਬ ਹਵਾ ਨਾਲ ਸਾਹ ਲੈਂਦੇ ਹੈ ਨਾ। ਤਾਂ ਫਿਰ ਆਪਾਂ ਕਹਿੰਦੇ ਕਨਕਲੂਡ ਕਰ ਸਕਦੇ ਬਾਈ ਇਨਹੈਰੀਟੈਂਸ ਦੈਟ ਜੌਨ ਬਰੀਥਸ ਏਅਰ। ਜੇ ਆਪਾਂ ਮੰਨ ਕੇ ਚੱਲੇ ਹਾਂ ਜੌਨ ਇਜ਼ ਅ ਮੈਨ, ਸੈਕਿੰਡ ਅਜ਼ੰਪਸ਼ਨ ਕੀ ਹੈ ਮੈਨ ਆਰ ਲੈਂਡ ਐਨੀਮਲਸ। ਠੀਕ ਹੈ, ਥਰਡ ਅਜ਼ੰਪਸ਼ਨ ਕੀ ਹੈ ਲੈਂਡ ਐਨੀਮਲਸ ਬਰੀਥ ਏਅਰ। ਤਾਂ ਤਿੰਨੋਂ ਅਜ਼ੰਪਸ਼ਨ ਤੋਂ ਆਪਾਂ ਕੀ ਕਨਕਲੂਜ਼ਨ ਕੀਤੀ ਕਿ ਜਿਹੜਾ ਜੌਨ ਹੈ ਬਰੀਥਸ ਏਅਰ, ਕਿ ਜੌਨ ਵੀ ਜਿਹੜਾ ਹੈਗਾ ਹਵਾ ਨੂੰ ਬਰੀਥ ਕਰਦਾ, ਅੰਦਰ ਹੈ ਨਾ ਸਾਹ ਲੈਂਦਾ ਬਰੀਥ ਨਾਲ। ਤਾਂ ਤਿੰਨੋਂ ਆਪਣੇ ਕੋਲ ਕੀ ਸੀਗੀਆਂ ਅਜ਼ੰਪਸ਼ਨ ਸੀਗੀਆਂ, ਤਿੰਨੋਂ ਅਜ਼ੰਪਸ਼ਨ ਤੋਂ ਆਪਾਂ ਕਨਕਲੂਜ਼ਨ ਫਾਈਂਡ ਆਊਟ ਕੀਤਾ। ਮੰਨ ਲਓ ਇਸ ਤੋਂ ਬਾਅਦ ਆਪਣੇ ਕੋਲ ਨਵੀਂ ਨੌਲੇਜ ਆਉਂਦੀ ਹੈ ਤਾਂ ਉਹ ਕੀ ਆਪਣੇ ਡਿਸੀਜ਼ਨ 'ਤੇ ਇਫੈਕਟ ਪਾ ਸਕਦੀ ਹੈ, ਕਿਉਂਕਿ ਆਪਾਂ ਨੋਨ ਮੋਨੋਟੋਨਿਕ ਰੀਜ਼ਨਿੰਗ ਜਿਹੜੀ ਪੜ੍ਹ ਰਹੇ ਹਾਂ। ਥਰਡ ਆਪਣੇ ਕੋਲ ਆ ਗਿਆ ਡਿਫੋਲਟ ਰੀਜ਼ਨਿੰਗ ਤੋਂ ਬਾਅਦ ਮਿਨੀਮਲਿਸਟ ਰੀਜ਼ਨਿੰਗ। ਮਿਨੀਮਲਿਸਟ ਰੀਜ਼ਨਿੰਗ ਦੇ ਵਿੱਚ ਕੀ ਹੁੰਦਾ, we describe methods for saying a very specific and highly useful class of things that are generally true। ਇਹਦੇ ਵਿੱਚ ਕੀ ਆਪਾਂ ਸਪੈਸੀਫਿਕ ਜਿਹੜੇ ਫੈਕਟਰਸ ਹੋਣਗੇ ਜਾਂ ਆਪਾਂ ਕਹਿ ਦਈਏ ਸਪੈਸੀਫਿਕ ਨੌਲੇਜ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਜਿਹੜੀ ਕਿ ਹਮੇਸ਼ਾ ਟਰੂ ਹੀ ਹੋਊਗੀ। ਇਹਦੇ ਵਿੱਚ ਆਪਾਂ ਹਮੇਸ਼ਾ ਉਹ ਨੌਲੇਜ ਜਾਂ ਉਹ ਰੀਜ਼ਨਿੰਗ ਲੈ ਕੇ ਚੱਲਦੇ ਹਾਂ ਜਿਹੜੀ ਹਮੇਸ਼ਾ ਟਰੂ ਹੋ, ਇਹਦਾ ਕਦੇ ਵੀ ਫੋਲਸ ਦੇ ਵਿੱਚ ਆਨਸਰ ਨਹੀਂ ਆ ਸਕਦਾ। ਤਾਂ ਹੀ ਇਹਨੂੰ ਕੀ ਇਹਦੇ ਵਿੱਚ ਦੋ ਪਾਰਟ ਆਪਾਂ ਕੀ ਕਰਾਂਗੇ, ਦਾ ਕਲੋਜ਼ਡ ਵਰਡ ਅਜ਼ੰਪਸ਼ਨ। Closed word assumption say that the only object that satisfy any predicate P are those that must। ਕੀ ਹੈ ਕਿ ਆਪਾਂ ਇਹਦੇ ਵਿੱਚ ਸਿਰਫ ਉਹੀ ਪ੍ਰੈਡੀਕੇਟ ਲੌਜਿਕ ਕਰਾਂਗੇ ਜਿਹੜੇ ਕੀ ਹੈ ਸੈਟਿਸਫਾਈ ਕਰਵਾਉਣ ਆਪਾਂ ਨੂੰ, ਜਿਹੜੇ ਯੂਜ਼ਰ ਨੂੰ ਸੈਟਿਸਫਾਈ ਕਰਵਾਉਣ ਮੀਨਸ ਕਿ ਜਿਹੜੇ ਕੀ ਹੈ ਟਰੂ ਹੋਣ, ਰੀਅਲ ਵਰਡ ਦੇ ਜਿਹੜੇ ਬਿਲਕੁਲ ਹੈ ਕਲੋਜ਼ ਹੋਣ। ਦ ਅਜ਼ੰਪਸ਼ਨ ਆਰ ਨੋਟ ਆਲਵੇਜ਼ ਟਰੂ ਇਨ ਦਾ ਵਰਡ। ਜਿਹੜੀ ਅਜ਼ੰਪਸ਼ਨਸ ਹੈ ਕਹਿੰਦੇ ਵਰਡ ਦੇ ਵਿੱਚ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਜਿਹੜੀ ਆਪਾਂ ਅਜ਼ੰਪਸ਼ਨ ਸੋਚ ਰਹੇ ਹਾਂ, ਅਜ਼ਿਊਮ ਕਰ ਰਹੇ ਚੀਜ਼ ਉਹ ਵਰਡ ਦੇ ਵਿੱਚ ਟਰੂ ਹੀ ਹੋਵੇ, ਬਟ ਆਪਾਂ ਉਹੀ ਅਜ਼ੰਪਸ਼ਨ ਇਹਦੇ ਵਿੱਚ ਲੈ ਕੇ ਚੱਲਾਂਗੇ ਜਿਹੜੀ ਕੀ ਹੈ ਹਮੇਸ਼ਾ ਟਰੂ ਹੋਵੇ ਪਿਓਰਲੀ। ਨੈਕਸਟ ਆਪਣਾ ਹੈਗਾ ਗਾ ਸਿਰਕਮਸਕ੍ਰਿਪਸ਼ਨਸ। ਸਿਰਕਮਸਕ੍ਰਿਪਸ਼ਨਸ ਇਜ਼
नॉन मोनोटोनिक लॉजिक created to formalize the common sense assumptions that things are as expected unless otherwise specified। ਕਿ ਇਹਦੇ ਵਿੱਚ ਕੀ ਹੈ, ਆਪਾਂ ਦੇਖੋ ਇਹ ਵੀ ਨੋਨ ਮੋਨੋਟੋਨਿਕ ਹੈ ਕਿ ਨਵੀਂ ਨੌਲੇਜ ਆਊਗੀ ਤਾਂ ਆਪਣੇ ਡਿਸੀਜ਼ਨ 'ਤੇ ਚੇਂਜ ਆ ਸਕਦਾ। ਅਤੇ ਇਹਦੇ ਵਿੱਚ ਵੀ ਕੀ ਹੈ, ਜਿਹੜੀਆਂ ਆਪਾਂ ਜ਼ੰਪਸ਼ਨਸ ਲਵਾਂਗੇ ਕਾਮਨ ਸੈਂਸ, ਜਿਹੜੀਆਂ ਆਪਾਂ ਨੂੰ ਨੌਲੇਜ ਕਾਮਨਲੀ ਨੌਲੇਜ ਆਪਾਂ ਕਹਿ ਦਿੰਦੇ ਕਿ ਇਹਨੂੰ ਕਾਮਨ ਸੈਂਸ ਹੈ ਨਾ, ਕਾਮਨ ਹੀ ਇਹ ਤਾਂ ਕਾਮਨ ਹੀ ਸਭ ਨੂੰ ਆਹ ਚੀਜ਼ ਪਤਾ ਹੁੰਦੀ ਹੈ। ਤਾਂ ਜਿਹੜੀਆਂ ਆਪਣੀਆਂ ਕਾਮਨ ਸੈਂਸ ਅਜ਼ੰਪਸ਼ਨਸ ਹੋਣਗੀਆਂ, ਜਿਹੜੀਆਂ ਕਿ ਆਪਾਂ ਸ਼ੁਰੂ ਤੋਂ ਜਾਂ ਆਪਾਂ ਕਹਿ ਦਈਏ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ ਕਾਮਨ ਸੈਂਸ ਹੈ ਨਾ ਅਜ਼ੰਪਸ਼ਨਸ, ਉਹਨਾਂ ਦੇ ਬੇਸ 'ਤੇ ਕੀ ਆਪਾਂ ਡਿਸੀਜ਼ਨ ਇਹਦੇ ਵਿੱਚ ਫਾਈਂਡ ਆਊਟ ਕਰਾਂਗੇ। ਅਤੇ ਅੱਗੇ ਸਿਰਫ ਇਹਦੀਆਂ ਤੁਸੀਂ ਟਾਈਪਸ ਦੇ ਨੇਮ ਕਰਨੇ ਆ, ਕਈ ਵਾਰ ਸ਼ਾਰਟ ਦੇ ਵਿੱਚ ਆ ਜਾਂਦਾ ਪ੍ਰੈਡੀਕੇਟ ਸਰਕਮਸਕ੍ਰਿਪਸ਼ਨ, ਫਾਰਮੂਲਾ ਸਰਕਮਸਕ੍ਰਿਪਸ਼ਨ, ਸੈਕਿੰਡ ਆਰਡਰ, ਨੋਨ ਰਿਕਰਸਿਵ, ਡੋਮੇਨ, ਪੁਆਇੰਟ ਵਾਈਜ਼। ਅੱਗੇ ਆਪਾਂ ਨੂੰ ਇਹਦੀ ਕੀ ਹੈ ਡੈਫੀਨੇਸ਼ਨਸ ਨਹੀਂ ਆ, ਓਨਲੀ ਤੁਸੀਂ ਕੀ ਇਹਦੀਆਂ ਟਾਈਪਸ ਦੇ ਨੇਮ ਹੀ ਯਾਦ ਕਰਨੇ ਨੇ। ਨੈਕਸਟ ਹੈਗਾ ਆਰਗੂਮੈਂਟ ਆ ਪ੍ਰੋਬਲਮ ਸੋਲਵਰ, ਕਿ ਜਿਹੜੀ ਆਪਾਂ ਪ੍ਰੋਬਲਮ ਆਈ ਹੈ ਨਾ ਉਹਨੂੰ ਸੋਲਵ ਕਰਨ ਲਈ ਕੀ ਹੈ ਆਪਾਂ ਕੋਈ ਆਰਗੂਮੈਂਟ ਜਿਹੜਾ ਯੂਜ਼ ਕਰਨਾ। ਇਟ ਸਟੇਟਸ ਦੈਟ ਹਾਊ ਟੂ ਰਾਈਟ ਅ ਪ੍ਰੋਗਰਾਮ ਐਂਡ ਸੋਲਵ ਅ ਪ੍ਰੋਬਲਮ ਯੂਜ਼ਿੰਗ ਐਕਸੀਓਮਸ। ਇਹਦੇ ਵਿੱਚ ਕੀ ਹੈ ਕਿ ਆਪਾਂ ਪ੍ਰੋਗਰਾਮ ਦਾ ਸਟਰਕਚਰ ਦੇਖਾਂਗੇ ਕਿ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਲਿਖਿਆ ਜਾਵੇ ਤਾਂ ਕਿ ਆਪਣੀ ਪ੍ਰੋਬਲਮ ਹੈ ਜਿਹੜੀ ਸੋਲਵ ਹੋ ਸਕੇ। ਪ੍ਰੋਬਲਮ ਸੋਲਵਰ ਦੇ ਵਿੱਚ ਤਾਂ ਕੀ ਆਪਾਂ ਜਿਹੜਾ ਡਿਸੀਜ਼ਨ ਫਾਈਂਡ ਆਊਟ ਕਰਾਂਗੇ ਆਪਾਂ ਉਹੀ ਵੇਖਾਂਗੇ ਕਿ ਇਹਨੂੰ ਕਿਸ ਤਰੀਕੇ ਯੂਜ਼ ਕਰਨਾ ਡਿਸੀਜ਼ਨ ਨੂੰ, ਜਾਂ ਕਿ ਜੇ ਆਪਾਂ ਮੰਨ ਲਓ ਕੋਈ ਪ੍ਰੋਗਰਾਮ ਹੈ ਤਾਂ ਆਪਾਂ ਨੂੰ ਇਹਨੂੰ ਕਿਸ ਤਰੀਕੇ ਲਿਖਣਾ ਕਿ ਆਪਣੀ ਜਿਹੜੀ ਪ੍ਰੋਬਲਮ ਹੈ ਜਿਹੜੀ ਸੋਲਵ ਹੋ ਜੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਸੋਲਵ ਕਰਨ ਦੇ ਪ੍ਰੋਬਲਮ ਨੂੰ ਦੋ ਮੈਥਡ ਹੈ, ਫਾਰਵਰਡ ਐਂਡ ਬੈਕਵਰਡ ਰੀਜ਼ਨਿੰਗ। ਫਾਰਵਰਡ ਦੇ ਵਿੱਚ ਤਾਂ ਦੇਖੋ ਇਹ ਕਿੱਥੋਂ ਸਟਾਰਟ ਹੁੰਦਾ, ਵਟ ਇਜ਼ ਨੋਨ ਕਿ ਕੀ ਆਪਾਂ ਜਾਣਦੇ ਹਾਂ ਹੈ ਨਾ। ਫਾਰਵਰਡ ਫਸਟ ਸਟੇਜ ਤੋਂ ਸਟਾਰਟ ਹੋਊਗਾ ਜਿੱਥੇ ਆਪਾਂ ਨੂੰ ਗੋਲ ਪਤਾ ਹੋਊਗਾ ਫਸਟ ਸਟੇਜ 'ਤੇ ਹੈ ਨਾ। ਤਾਂ ਫਸਟ ਸਟੇਜ ਤੋਂ ਗੋਲ ਪਤਾ ਹੋਊ ਤਾਂ ਆਪਾਂ ਸਟੈਪ ਬਾਏ ਸਟੈਪ ਜਾ ਕੇ ਉਹ ਗੋਲ ਨੂੰ ਕੀ ਹੈ ਅਚੀਵ ਕਰਾਂਗੇ ਫਾਰਵਰਡ ਦੇ ਵਿੱਚ। ਅਤੇ ਬੈਕਵਰਡ ਦੇ ਵਿੱਚ ਕੀ ਹੋਊਗਾ, ਵੈਦਰ ਸਮ ਐਕਸਪ੍ਰੈਸ਼ਨ ਪੀਜ਼ ਟਰੂ। ਮੰਨ ਲਓ ਆਪਾਂ ਗੋਲ ਆਪਾਂ ਨੂੰ ਪਤਾ ਆਪਾਂ ਅਚੀਵ ਕਰ ਲਿਆ ਤਾਂ ਆਪਾਂ ਕੀ ਹੈ ਬੈਕਵਰਡ ਦੇਖਾਂਗੇ ਕਿ ਕਿੱਥੇ ਇਹ ਚੀਜ਼ ਹੈ ਜਿਹੜੀ ਟਰੂ ਹੋਈ ਸੀ, ਕਿੱਥੇ ਅਜ਼ੰਪਸ਼ਨ ਟਰੂ ਹੋਈ ਸੀ, ਤਾਂ ਫਿਰ ਕੀ ਆਪਾਂ ਇਸ ਜਿਹੜੇ ਡਿਸੀਜ਼ਨ 'ਤੇ ਆ ਪਹੁੰਚ ਸਕੇ ਹਾਂ। ਇੰਪਲੀਮੈਂਟੇਸ਼ਨ ਇਸ਼ੂਜ਼, ਕਿ ਦੇਖੋ ਹੁਣ ਆਪਾਂ ਕੋਈ ਪ੍ਰੋਬਲਮ ਸੋਲਵਰ ਆਪਾਂ ਫਾਈਂਡ ਆਊਟ ਕਰ ਲਿਆ ਤਾਂ ਉਹਨੂੰ ਇੰਪਲੀਮੈਂਟੇਸ਼ਨ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਇੰਪਲੀਮੈਂਟੇਸ਼ਨ ਆਫ ਨੋਨ ਮੋਨੋਟੋਨਿਕ ਰੀਜ਼ਨਿੰਗ ਇਨ ਪ੍ਰੋਬਲਮ ਸੋਲਵਿੰਗ ਇਜ਼ ਨਾਟ ਇਨਫ। ਕਿ ਇੰਪਲੀਮੈਂਟੇਸ਼ਨ ਕਰਨਾ ਹੈ ਨਾ ਪ੍ਰੋਬਲਮ ਸੋਲਵ ਦੇ ਵਿੱਚ ਕੋਈ ਡਿਸੀਜ਼ਨ ਆਪਾਂ ਫਾਈਂਡ ਆਊਟ ਕੀਤਾ, ਡਿਸੀਜ਼ਨ ਨੂੰ ਇੰਪਲੀਮੈਂਟ ਕਰਨਾ ਨੋਨ ਮੋਨੋਟੋਨਿਕ ਰੀਜ਼ਨ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਸੌਖਾ ਨਹੀਂ ਹੈ। ਕਾਫੀ ਸਾਰੀਆਂ ਆਪਾਂ ਨੂੰ ਪ੍ਰੋਬਲਮਸ ਜਿਹੜੀਆਂ ਅਕਰ ਹੁੰਦੀਆਂ ਨੇ ਇਹਦੇ ਵਿੱਚ ਵੀ। ਇਟ ਹੈਜ਼ ਸਮ ਵੀਕਨੈਸ ਇਨ ਲੌਜਿਕ, ਕਿਉਂਕਿ ਲੌਜਿਕਸ ਜਿਹੜੇ ਆਪਾਂ ਯੂਜ਼ ਕੀਤੇ ਜਿਵੇਂ ਡਿਫੋਲਟ ਲੌਜਿਕ ਹੈ, ਸਟੈਟਿਸਟੀਕਲ ਲੌਜਿਕ ਸੀਗਾ, ਇਹਨਾਂ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਹੁੰਦੀਆਂ। ਜਦੋਂ ਰੀਅਲ ਸਿਸਟਮ ਰੀਅਲ ਵਰਲਡ ਪ੍ਰੋਬਲਮ ਆ ਜਾਂਦੀ ਹੈ ਉੱਥੇ ਕੀ ਆਪਣੇ ਇਹ ਲੌਜਿਕ ਜਿਹੜੇ ਫੇਲ ਹੋ ਜਾਂਦੇ ਨੇ। ਤਾਂ ਮੈਨੀ ਡਿਫਰੈਂਟ ਟਾਈਪਸ ਆਫ ਐਰਰਸ ਕੈਨ ਕੰਟਰੀਬਿਊਟ ਟੂ ਅਨਸਰਟੇਨਟ ਲਾਈਕ। ਤਾਂ ਕੁਛ ਕੁ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਕਿ ਅੱਗੇ ਦਿੱਤੀਆਂ ਹੋਈਆਂ, ਡੇਟਾ ਮਾਈਟ ਵੀ ਮਿਸਿੰਗ ਔਰ ਅਨਅਵੇਲੇਬਲ। ਉਸ ਟਾਈਮ 'ਤੇ ਕੀ ਹੈ ਰੀਅਲ ਵਰਲਡ ਪ੍ਰੋਬਲਮ ਜਦੋਂ ਆ ਜਾਂਦੀ ਹੈ ਆਪਣੇ ਕੋਲ ਹੈ ਨਾ, ਆਪਾਂ ਨੂੰ ਕਈ ਵਾਰ ਨੌਲੇਜ ਉਹੋ ਜਿਹੀ ਨਹੀਂ ਹੁੰਦੀ, ਆਪਣੇ ਕੋਲ ਡਾਟਾ ਨਹੀਂ ਹੁੰਦਾ ਤਾਂ ਕਈ ਵਾਰ ਕੀ ਡਾਟਾ ਮਿਸ ਹੋ ਜਾਂਦਾ ਜਾਂ ਅਨਅਵੇਲੇਬਲ ਹੁੰਦਾ, ਆਪਣੇ ਕੋਲ ਅਵੇਲੇਬਲ ਹੁੰਦਾ ਹੀ ਨਹੀਂ, ਜਾਂ ਕੀ ਹੈ ਕਈ ਵਾਰ ਅਵੇਲੇਬਲ ਹੁੰਦਾ ਬਟ ਕੀ ਹੈ ਐਟ ਅ ਟਾਈਮ ਆਪਾਂ ਉਹਨੂੰ ਮਿਸ ਕਰ ਦਿੰਦੇ ਹਾਂ, ਆਪਾਂ ਨੂੰ ਮਿਲਦਾ ਨਹੀਂ ਗਾ ਡਾਟਾ। ਇਹੋ ਜਿਹੀ ਪ੍ਰੋਬਲਮ ਆ ਜਾਂਦੀ ਰੀਅਲ ਵਰਲਡ ਦੇ ਵਿੱਚ। ਡਾਟਾ ਮਾਈਟ ਵੀ ਐਂਬੀਗੂਅਸ ਔਰ ਅਨਰਿਲਾਏਬਲ ਡਿਊ ਟੂ ਮੈਜ਼ਰਿੰਗ ਐਰਰਸ, ਮੈਜ਼ਰਮੈਂਟ ਐਰਰਸ ਦਾ ਕੀ ਹੈ ਕਈ ਵਾਰ ਅਨਰਿਲਾਏਬਲ ਹੁੰਦਾ, ਭਰੋਸੇਯੋਗ ਨਹੀਂ ਹੁੰਦਾ। ਮੰਨ ਲਓ ਪ੍ਰੋਬਲਮ ਜਿਸ ਤਰੀਕੇ ਦੀ ਆਈ ਆਪਾਂ ਨਹੀਂ ਉਸ ਡਾਟਾ ਨੂੰ ਉਸ ਪ੍ਰੋਬਲਮ ਲਈ ਯੂਜ਼ ਕਰ ਸਕਦੇ, ਅਨਰਿਲਾਏਬਲ ਹੈ। ਰੀਪ੍ਰਜੈਂਟੇਸ਼ਨ ਆਫ ਡੇਟਾ ਮੇ ਵੀ ਇੰਪਰੀਸਾਈਜ਼ ਆਫ ਇਨਕਨਸਿਸਟੈਂਟ, ਕਿ ਜਿਸ ਤਰੀਕੇ ਜਿਹੜਾ ਆਪਣਾ ਡਾਟਾ ਰੀਪ੍ਰਜੈਂਟ ਆਪਾਂ ਨੌਲੇਜ ਦੇ ਰੀਪ੍ਰਜੈਂਟੇਸ਼ਨ ਦੀ ਕੀਤੀ ਸੀ ਫਰੇਮ ਦੇ ਵਿੱਚ, ਸਮੈਂਟਿਕ ਨੈਟ ਦੇ ਵਿੱਚ ਹੈ ਨਾ, ਤਾਂ ਉਹਦੀ ਰੀਪ੍ਰਜੈਂਟੇਸ਼ਨ ਹੈ ਜਿਹੜੀ ਡਾਟਾ ਦੀ ਕਈ ਵਾਰ ਉਹ ਸਹੀ ਨਹੀਂ ਹੁੰਦੀ, ਉਹ ਕੀ ਆਪਣੀ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦੀ। ਡੇਟਾ ਮੇ ਜਸਟ ਵੀ ਯੂਜ਼ਰਸ ਬੈਸਟ ਗੈਸ, ਤਾਂ ਕਈ ਵਾਰ ਕੀ ਹੈ ਡਾਟਾ ਜਿਹੜਾ ਸਿਰਫ ਪ੍ਰੋਪਰ ਨਹੀਂ ਹੁੰਦਾ, ਵੈਲੀਡੇਟ ਨਹੀਂ ਹੁੰਦਾ, ਸਿਰਫ ਕੀ ਯੂਜ਼ਰ ਦਾ ਗੈਸ ਹੀ ਲਗਾਇਆ ਹੁੰਦਾ, ਰੈਂਡਮਲੀ ਹੈ ਨਾ ਡਾਟਾ ਹੁੰਦਾ ਆਪਣੇ ਕੋਲ। ਤਾਂ ਗਿਵਨ ਥੀਜ਼ ਸੋਰਸਿਸ ਆਫ ਐਰਰਸ ਮੋਸਟ ਨੌਲੇਜ ਬੇਸਿਸ ਸਿਸਟਮ ਇਨਕੋਰਪੋਰੇਟ ਸਮ ਫਾਰਮ ਆਫ ਅਨਸਰਟੇਨਟੀ ਮੈਨੇਜਮੈਂਟ, ਥੀਜ਼ ਆਰ ਸਮ ਇਸ਼ੂਜ਼ ਟੂ ਬੀ ਕੰਸੀਡਰ। ਤਾਂ ਕਿਹੜੇ ਕਿਹੜੇ ਇਸ਼ੂ ਆਉਂਦੇ ਨੇ ਅੱਗੇ ਆਪਾਂ ਉਹ ਵਾਲੇ ਕਰਾਂਗੇ। ਠੀਕ ਹੈ, ਪਹਿਲਾਂ ਹਾਊ ਟੂ ਰੀਪ੍ਰਜੈਂਟ ਅਨਸਰਟੇਨ ਡਾਟਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਨਸਰਟੇਨ ਡਾਟਾ ਜਿਹੜਾ ਕਿ ਫਿਕਸ ਨਹੀਂ ਆ,
ਕੀ ਹੈ, ਪਹਿਲਾਂ ਆਪਣੇ ਕੋਲ ਅਮਾਊਂਟ ਘੱਟ ਹੈ, ਫਿਰ ਐਟ ਏ ਟਾਈਮ ਆਪਣੇ ਕੋਲ ਡਾਟਾ ਕਾਫੀ ਜ਼ਿਆਦਾ ਆ ਜਾਂਦਾ, ਫਿਕਸ ਨਹੀਂ ਹੈ, ਨਿਸ਼ਚਿਤ ਨਹੀਂ ਹੈਗਾ, ਤਾਂ ਉਹਨੂੰ ਰੀਪ੍ਰਜੈਂਟ ਕਰਨ ਦੀ ਸਭ ਤੋਂ ਵੱਡਾ ਇਸ਼ੂ ਆਪਣੇ ਕੋਲ ਆਉਂਦਾ ਹੈ ਨਾ। ਆਪਾਂ ਨੂੰ ਦੇਖੋ ਜਿੱਦਾਂ ਡਾਟਾ ਪਤਾ ਹੋਵੇ ਵੀ ਇੰਨਾ ਕੁ ਹੈ ਤਾਂ ਆਪਾਂ ਉਹਦਾ ਕੀ ਇੱਕ ਸਟਰਕਚਰ ਤਿਆਰ ਕਰ ਲਾਂਗੇ। ਬਟ ਜਦੋਂ ਆਪਣੇ ਕੋਲ ਡਾਟਾ ਅਨਸਰਟੇਨ ਹੈ, ਆਪਣੇ ਕੋਲ ਪਹਿਲਾਂ ਥੋੜ੍ਹਾ ਡਾਟਾ ਅਵੇਲੇਬਲ ਹੈ, ਐਟ ਏ ਟਾਈਮ ਆਪਾਂ ਨੂੰ ਜ਼ਿਆਦਾ ਡਾਟਾ ਮਿਲ ਜਾਂਦਾ, ਤਾਂ ਉਹਨੂੰ ਰੀਪ੍ਰਜੈਂਟ ਕਰਨਾ ਕਾਫੀ ਜ਼ਿਆਦਾ ਕੀ ਹੈ ਪ੍ਰੋਬਲਮ ਕ੍ਰੀਏਟ ਕਰਦਾ। ਹਾਊ ਟੂ ਕੰਬਾਈਨ ਟੂ ਔਰ ਮੋਰ ਪੀਸਿਸ ਆਫ ਅਨਸਰਟੇਨ ਡਾਟਾ। ਹੁਣ ਕੀ ਆਪਣੇ ਕੋਲ ਅਨਸਰਟੇਨ ਡਾਟਾ, ਮੰਨ ਲਓ ਇੱਕੋ ਟੋਪਿਕ ਬਾਰੇ ਪਹਿਲਾਂ ਆਪਣੇ ਕੋਲ ਥੋੜ੍ਹਾ ਡਾਟਾ ਸੀ, ਫਿਰ ਆਪਾਂ ਨੂੰ ਕਾਫੀ ਡਾਟਾ ਮਿਲ ਗਿਆ, ਤਾਂ ਹੁਣ ਦੋਨੋਂ ਡਾਟਾ ਨੂੰ ਕੀ ਹੈ ਕੰਬਾਈਨ ਕਰਨਾ ਜਿਹੜਾ ਬਹੁਤ ਔਖਾ ਹੋ ਜਾਂਦਾ ਹੈ ਨਾ। ਪਹਿਲਾਂ ਡਾਟਾ ਆਪਾਂ ਉਸ ਥੋੜ੍ਹਾ ਸੀ ਤਾਂ ਆਪਾਂ ਉਸ ਸਟਰਕਚਰ ਦੇ ਵਿੱਚ ਸਟੋਰ ਕੀਤਾ ਹੁੰਦਾ, ਫਿਰ ਆਪਣੇ ਕੋਲ ਡਾਟਾ ਦੀ ਅਮਾਊਂਟ ਜਿਹੜੀ ਜ਼ਿਆਦਾ ਹੋ ਗਈ ਤਾਂ ਆਪਾਂ ਨੂੰ ਉਸੇ ਸਟਰਕਚਰ ਦੇ ਵਿੱਚ ਕਈ ਵਾਰ ਡਾਟਾ ਫਿੱਟ ਨਹੀਂ ਆਉਂਦਾ, ਤਾਂ ਉਹਨਾਂ ਨੂੰ ਕੀ ਹੈ ਕੰਬਾਈਨ ਕਰਨਾ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦਾ। How can the knowledge base to be extended to allow inference to be made on the basis of lack of knowledge as well as on presence of it। ਤਾਂ ਫਿਰ ਕੀ ਹੈ ਕਿ ਜਦੋਂ ਆਪਣੇ ਕੋਲ ਨੌਲੇਜ ਦੀ ਘਾਟ ਹੁੰਦੀ ਹੈ ਤਾਂ ਆਪਾਂ ਕੀ ਹੈ ਨਵੀਆਂ ਜਿਹੜੀਆਂ ਅਜ਼ੰਪਸ਼ਨਸ ਕਹਿ ਸਕਦੇ ਜਾਂ ਨਵੇਂ ਡਿਸੀਜ਼ਨ ਹੈ ਜਿਹੜੇ ਮੇਡ ਨਹੀਂ ਕਰ ਸਕਦੇ, ਨਵੇਂ ਡਿਸੀਜ਼ਨ ਮੇਡ ਆਊਟ ਨਹੀਂ ਕਰ ਸਕਦੇ ਜਦੋਂ ਆਪਣੇ ਕੋਲ ਡਾਟਾ ਦੀ ਲੈਕ ਹੁੰਦੀ ਹੈ, ਤਾਂ ਆਪਾਂ ਨੂੰ ਉਹਦੀ ਪ੍ਰੈਜੈਂਸ ਵੀ ਨਹੀਂ ਪਤਾ ਹੁੰਦੀ ਕਿ ਕਿੰਨੇ ਟਾਈਮ ਤੱਕ ਜਾਂ ਕਦੋਂ ਤੱਕ ਆਪਾਂ ਨੂੰ ਜਿਹੜਾ ਅੱਗੇ ਨੌਲੇਜ ਹੈ ਜਿਹੜੀ ਇਹਦੀ ਡਾਟਾ ਹੈਗਾ ਮਿਲ ਸਕਦਾ। ਹਾਊ ਕੈਨ ਨੌਲੇਜ ਬੇਸ ਬੀ ਅਪਡੇਟਡ ਪ੍ਰੋਪਰਲੀ। ਦੇਖੋ ਕੀ ਹੈ, ਇੱਕ ਕੀ ਆਪਾਂ ਨੂੰ ਅਪਡੇਟਡ ਦੀ ਇਹਦੇ ਵਿੱਚ ਅਪਡੇਟਡ ਦੀ ਸਭ ਤੋਂ ਵੱਡੀ ਪ੍ਰੋਬਲਮ ਆਈ ਦੀ ਇਹਦੇ ਵਿੱਚ ਅਨਸਰਟੇਨ ਡਾਟਾ ਦੇ ਵਿੱਚ ਕਿ ਆਪਾਂ ਨੂੰ ਨਹੀਂ ਪਤਾ ਕਿ ਪੁਰਾਣਾ ਡਾਟਾ ਕਦੋਂ ਰਿਮੂਵ ਕਰਨਾ, ਕਿਉਂਕਿ ਹੋ ਸਕਦਾ ਪੁਰਾਣੇ ਡਾਟਾ ਦੇ ਰਿਲੇਟਡ ਹੀ ਆਪਾਂ ਨੂੰ ਬਾਅਦ ਵਿੱਚ ਨਵਾਂ ਡਾਟਾ ਜਿਹੜਾ ਅਵੇਲੇਬਲ ਹੋ ਜੇ, ਤਾਂ ਅਪਡੇਟ ਦੀ ਕਾਫੀ ਪ੍ਰੋਬਲਮ ਆਉਂਦੀ ਹੈ। ਨਵਾਂ ਆਪਾਂ ਨੂੰ ਨਹੀਂ ਪਤਾ ਕਿ ਕਿਹੜਾ ਓਲਡ ਵਨ ਹੈਗਾ, ਕਿਹੜੇ ਨੂੰ ਆਪਾਂ ਕੀ ਹੈ ਰਿਮੂਵ ਕਰ ਸਕਦੇ ਹਾਂ। ਹਾਊ ਕੈਨ ਨੌਲੇਜ ਵੀ ਯੂਜ਼ਡ ਟੂ ਹੈਲਪ ਰਿਸੋਲਵ ਕਨਫਲਿਕਟਸ। ਕਨਫਲਿਕਟ ਹੁੰਦਾ ਕਿ ਇੱਕ ਸਾਈਡ ਹੈ ਨਾ ਉਹਦਾ ਆਨਸਰ ਟਰੂ ਹੋਵੇ, ਇੱਕ ਸਾਈਡ ਫੋਲਸ ਹੋਵੇ, ਤਾਂ ਕਨਫਲਿਕਟਸ ਅਕਰ ਹੋ ਜਾਂਦੇ ਨੇ। ਕਈ ਵਾਰ ਆਪਾਂ ਨੂੰ ਲੱਗਦਾ ਸੋਰਸਿਸ ਤੋਂ ਪਤਾ ਕਿ ਇਹ ਵਾਲੀ ਨੌਲੇਜ ਕਰੈਕਟ ਹੈ, ਵੈਲਿਡ ਹੈ, ਕਈ ਵਾਰ ਇਨਵੈਲਿਡ ਲੱਗਦੀ ਹੈ, ਤਾਂ ਆਪਾਂ ਉੱਥੇ ਕੀ ਕਨਫਲਿਕਟ ਅਕਰ ਹੋ ਗਿਆ, ਨਾ ਤਾਂ ਆਪਾਂ ਉਹਨੂੰ ਕੀ ਹੈ ਰਿਮੂਵ ਕਰ ਸਕਦੇ ਡਾਟਾਬੇਸ ਦੇ ਵਿੱਚ, ਨਾ ਹੀ ਕੀ ਹੈ ਰੱਖ ਸਕਦੇ ਹਾਂ, ਤਾਂ ਉਹ ਵਾਲੀਆਂ ਕਨਫਲਿਕਟਸ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਆਪਣੇ ਕੋਲ। ਨੈਕਸਟ ਹੈਗਾ ਹਾਊ ਟੂ ਅਪਡੇਟ ਅਵਰ ਨੌਲੇਜ ਇੰਕਰੀਮੈਂਟਲੀ ਐਜ਼ ਪ੍ਰੋਬਲਮ ਸੋਲਵਿੰਗ ਪ੍ਰੋਗਰੈਸ। ਉਹੀ ਹੈ ਕਿ ਆਪਾਂ ਅਪਡੇਟ ਪ੍ਰੋਬਲਮ ਸੋਲਵ ਨੂੰ ਆਪਾਂ ਜੇ ਦੇਖੋ ਅਪਡੇਟ ਨੌਲੇਜ ਹੋਊਗੀ ਆਪਣੇ ਕੋਲ ਤਾਂ ਆਪਾਂ ਪ੍ਰੋਬਲਮ ਨੂੰ ਜਲਦੀ ਸੋਲਵ ਕਰ ਸਕਦੇ ਹਾਂ, ਬਟ ਇਹਦੇ ਵਿੱਚ ਕੀ ਅਪਡੇਟ ਦੀ ਹੀ ਆਪਾਂ ਨੂੰ ਮੇਨਲੀ ਪ੍ਰੋਬਲਮ ਜਿਹੜੀ ਰਾਈਜ਼ ਹੁੰਦੀ ਹੈ। ਇਨ ਜਨਰਲ ਦੀਜ਼ ਥਿਊਰੀਜ਼ ਆਰ ਨਾਟ ਕੰਪਿਊਟੇਸ਼ਨਲ ਇਫੈਕਟਿਵ। ਠੀਕ ਹੈ, ਇਫੈਕਟਿਵ ਨਹੀਂ ਹੈਗੀ। ਤਾਂ ਹੁਣ ਟੈਕਨੀਕਸ ਹੈ ਜਿਹੜੇ ਇਸ਼ੂ ਹੈ ਉਹਨਾਂ ਨੂੰ ਡਿਵਾਈਡ ਕਰ ਲਈ ਆਪਾਂ, ਉਹਨਾਂ ਨੂੰ ਆਪਾਂ ਦੋ ਕਲਾਸਿਸ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਹੋਇਆ। ਠੀਕ ਹੈ, ਡੈਫਥ ਫਸਟ ਅਤੇ ਬ੍ਰੈਥ ਫਸਟ। ਕਿ ਜਦੋਂ ਆਪਾਂ ਕੋਈ ਪ੍ਰੋਬਲਮ ਨੂੰ ਸੋਲਵ ਕਰਾਂਗੇ ਡੈਫਥ ਅਤੇ ਇਸ ਤੁਸੀਂ ਡੇਟਾ ਸਟਰਕਚਰ ਦੇ ਵਿੱਚ ਐਲਗੋਰਿਥਮ ਕੀਤੇ ਹੋਣਗੇ। ਡੈਫਥ ਫਸਟ ਹੁੰਦਾ ਕਿ ਮੰਨ ਲਓ ਪਹਿਲਾਂ ਰੂਟ ਤੋਂ ਇੱਕ ਸਾਈਡ ਚਲੇ ਜਾਵਾਂਗੇ ਪੂਰਾ ਡੀਪਲੀ, ਫਸਟ ਲੈਵਲ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ ਲੈਵਲ ਦਾ ਕੀ ਹੈ ਇੱਕ ਇੱਕ ਸਾਈਡ ਦਾ ਜਿਹੜਾ ਹੈਗਾ ਸਾਰਾ ਆਪਾਂ ਪਹਿਲਾਂ ਉਹ ਜਿਹੜਾ ਟਰੈਵਰਸ ਕਰਾਂਗੇ। ਅਤੇ ਬ੍ਰੈਥ ਫਸਟ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਪਹਿਲਾਂ ਰੂਟ ਲੈਵਲ 1 ਸਾਰਾ ਜਿੰਨੇ ਵੀ ਉਹ 'ਤੇ ਨੋਡ ਹੈਗੇ ਉਹਨੂੰ ਟਰੈਵਰਸ ਕਰਾਂਗੇ, ਫਿਰ ਲੈਵਲ 2 ਨੂੰ ਜਿੰਨੇ ਨੋਡਸ ਹੋਣਗੇ ਉਹਨੂੰ ਟਰੈਵਰਸ ਕਰਾਂਗੇ, ਫਿਰ 3, 4 ਕੇ ਇੱਕ ਲੈਵਲ ਪੂਰਾ ਇੱਕ ਟਾਈਮ 'ਤੇ ਜਿਹੜਾ ਟਰੈਵਰਸ ਹੋਊਗਾ। ਇਹ ਆਪਣਾ ਡੀਲਿੰਗ ਵਿਦ ਅਨਸਰਟੇਨਟੀ ਟੋਪਿਕ ਸੀ। ਨੈਕਸਟ ਅਗਰ ਇਹਦੇ ਵਿੱਚ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕੀ ਹੈ ਪੁੱਛ ਸਕਦੇ।